ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਕਰਾਂਗੇ ਤਤਕਰਾ 8ਵੀਂ ਕਲਾਸ ਦੀ ਪਾਠ ਪੁਸਤਕ ਪੰਜਾਬੀ ਦਾ। ਠੀਕ ਹੈ, ਕੱਲ ਅਸੀਂ 7ਵੀਂ ਕਲਾਸ ਤੇ ਝਾਤ ਮਾਰੀ ਸੀਗੀ, ਤਾਂ ਜਿਹੜੇ ਇਹ ਇੰਡੈਕਸ ਨੇ ਨਾ, ਇਹਨਾਂ ਵਿੱਚੋਂ ਇੱਕ ਅੱਧਾ ਸਵਾਲ ਆ ਜਾਣਾ ਆ ਤੇ ਨੋਟ ਕਰ ਲੈਣਾ। ਜਿਹੜਾ ਅੱਜ ਆਪਾਂ ਕਰ ਰਹੇ ਹਾਂ ਨਾ, ਇਹਨਾਂ ਵਿੱਚੋਂ ਇੱਕ ਪਹਿਲਾ ਸਵਾਲ ਆ ਚੁੱਕਾ ETT ਸੈਕੰਡ ਪੇਪਰ ਵਿੱਚ। ਤੇ ਇਹ ਜਿੰਨੀਆਂ ਕਹਾਣੀਆਂ ਕਵਿਤਾਵਾਂ ETT ਲਈ ਇੰਪੋਰਟੈਂਟ ਨੇ, ਉਹ ਮਾਸਟਰ ਕਿਡਰ ਲਈ ਵੀ ਓਨੀਆਂ ਹੀ ਇੰਪੋਰਟੈਂਟ ਆ। ਤਾਂ ਇਹ ਧਿਆਨ ਦੇ ਨਾਲ ਦੇਖ ਲੈਣਾ। ਠੀਕ ਹੈ, ਤਾਂ ਕਰਦੇ ਆ ਵੀ ਪਹਿਲਾਂ ਜੈ ਭਾਰਤ ਮਾਤਾ। ਜੈ ਭਾਰਤ ਮਾਤਾ ਕਵਿਤਾ ਹੈ ਕਿਸ ਦੀ ਹੈ? ਸ਼ਿਵ ਕੁਮਾਰ ਬਟਾਲਵੀ ਦੀ। ਠੀਕ ਹੈ, ਕਿਸ ਦੀ ਹੈ ਵੀ ਇਹ ਕਵਿਤਾ? ਸ਼ਿਵ ਕੁਮਾਰ ਬਟਾਲਵੀ ਜੀ ਦੀ। ਪੇਮੀ ਦੇ ਨਿਆਣੇ। ਪੇਮੀ ਦੇ ਨਿਆਣੇ ਕਹਾਣੀ ਬੜੀ ਸੋਹਣੀ ਹੈ, ਬੱਚੇ ਬੜੇ ਚਾਅ ਨਾਲ ਪੜ੍ਹਦੇ ਆ। ਤਾਂ ਇਹ ਕਹਾਣੀ ਹੈ ਆਪਣੇ ਪ੍ਰਿੰਸੀਪਲ ਸੰਤ ਸਿੰਘ ਸੇਖੋ ਜੀ ਦੀ। ਸੰਤ ਸਿੰਘ ਸੇਖੋ ਜੀ ਦੀਆਂ ਆਪਾਂ ਕਿੰਨੀਆਂ ਰਚਨਾਵਾਂ ਕੀਤੀਆਂ ਨਾ 9ਵੀਂ 10ਵੀਂ ਵਿੱਚੋਂ। ਤਾਂ ਇੱਦਾਂ ਹੀ ਪੇਮੀ ਦੇ ਨਿਆਣੇ ਜਿਹੜੀ ਕਹਾਣੀ ਹੈ, ਇਹ ਕਿਸ ਦੀ ਹੈ? ਸੰਤ ਸਿੰਘ ਸੇਖੋ ਜੀ ਦੀ। ਇਹਨਾਂ ਦੀ ਇਕਾਂਗੀ ਵੀ ਆਪਾਂ ਕਰਦੇ ਹਾਂ 10ਵੀਂ ਦੇ ਵਿੱਚ, ਦੂਜਾ ਵਿਆਹ। ਠੀਕ ਹੈ, ਚਲੋ ਅਗਲਾ ਦੇਖੋ। ਛਿੰਝ ਸ਼ਰਾਹਾਂ ਦੀ ਲੇਖ ਹੈ ਅਮਰੀਕ ਸਿੰਘ ਦਿਆਲ ਦਾ। ਸ਼੍ਰੀ ਗੁਰੂ ਅਰਜਨ ਦੇਵ ਜੀ ਜੀਵਨੀ ਹੈ ਡਾਕਟਰ ਹਰਿੰਦਰ ਕੌਰ ਦੀ। ਉਦਮ ਕਰੀ ਜ਼ਰੂਰ, ਬਹੁਤ ਵਧੀਆ ਕਵਿਤਾ ਹੈ ਔਰ ਬੱਚੇ ਪ੍ਰੇਅਰ ਦੇ ਵਿੱਚ ਬੋਲਦੇ ਆ ਇਸ ਨੂੰ ਉੱਚ ਉੱਚੀ। ਕਵਿਤਾ ਹੈ ਬਲਦੇਵ ਧਾਲੀਵਾਲ ਦੀ। ਠੀਕ ਹੈ, ਉਦਮ ਜੇ ਕੁਝ ਲੋਚੇ ਮਨ ਵਿੱਚ ਸੱਜਣਾ, ਉਦਮ ਕਰੀ ਜ਼ਰੂਰ, ਇਹ 17 ਇਸ ਕਵਿਤਾ ਦੇ ਵਿੱਚ ਆ। ਠੀਕ ਹੈ, ਉਦਮ ਕਰੀ ਜ਼ਰੂਰ ਕਵਿਤਾ ਬਲਦੇਵ ਧਾਲੀਵਾਲ। ਅਗਲਾ ਦੇਖੋ, ਦਲੇਰੀ ਕਹਾਣੀ ਹੈ ਕਿਸ ਦੀ ਹੈ ਵੀ? ਦਲੇਰੀ ਕਹਾਣੀ ਇਹ ਹੈ ਦਰਸ਼ਨ ਸਿੰਘ ਆਸ਼ਟ ਦੀ। ਦਲੇਰੀ ਕਹਾਣੀ ਕਿਸ ਦੀ ਹੈ? ਦਰਸ਼ਨ ਸਿੰਘ ਆਸ਼ਟ ਦੀ। ਅਗਲਾ ਹੈ ਰੂਪਨਗਰ, ਲੇਖ ਹੈ ਡਾਕਟਰ ਕਰਨੈਲ ਸਿੰਘ ਸੋਮਲ। ਠੀਕ ਹੈ, ਬਾਬਾ ਫਰੀਦ ਜੀ ਜੀਵਨੀ ਹੈ ਪਿਆਰਾ ਸਿੰਘ ਪਦਮ। ਅਗਲਾ ਕਵਿਤਾ ਭੁੱਲ ਕੇ ਵੀ ਨਹੀਂ ਭੁੱਲਣੀ, ਪੰਜਾਬ ਕਵਿਤਾ ਹੈ ਕਿਸ ਦੀ ਹੈ? ਧਨੀ ਰਾਮ ਚਾਤ੍ਰਿਕ। ਅਸੀਂ ਧਨੀ ਰਾਮ ਚਾਤ੍ਰਿਕ ਦੀ ਕੱਲ ਕਵਿਤਾ ਕੀਤੀ ਸੀ ਨਾ, ਸੌਣ ਕਵਿਤਾ ਕੀਤੀ ਸੀ, ਸੌਣ ਮਹੀਨੇ ਤੇ ਲਿਖੀ ਹੋਈ ਇਹਨਾਂ ਦੀ ਕਵਿਤਾ 7ਵੀਂ ਕਲਾਸ 'ਚੋਂ। ਅੱਜ 8ਵੀਂ ਕਲਾਸ 'ਚ ਉਹੀ ਰਾਈਟਰ ਹੀ ਨੇ ਦੁਬਾਰਾ, ਜੇ ਤੁਸੀਂ ਧਿਆਨ ਨਾਲ ਦੇਖੋ। 6ਵੀਂ ਵਿੱਚ ਵੀ ਉਹੀ ਨੇ, 7ਵੀਂ 'ਚ ਬਸ ਰਚਨਾਵਾਂ ਬਦਲਦੀਆਂ ਇਹਨਾਂ ਦੀਆਂ। ਠੀਕ ਹੈ, ਅਗਲਾ ਦੇਖੋ, ਹਰਿਆਵਲ ਦੇ ਬੀਜ ਕਹਾਣੀ ਹੈ ਕਰਨਲ ਜਸਬੀਰ ਭੁੱਲਰ ਦੀ। ਕੱਲ ਅਸੀਂ ਕਰਨਲ ਜਸਬੀਰ ਭੁੱਲਰ ਦੀ ਇੱਕ ਹੋਰ ਕਹਾਣੀ ਕੀਤੀ ਸੀ, ਗਿੱਠਮੁਠੀਆ ਵਾਲਾ ਖੂਹ। ਠੀਕ ਹੈ, 7ਵੀਂ ਕਲਾਸ ਦੇ ਵਿੱਚੋਂ। ਹਰਿਆਵਲ ਦੇ ਬੀਜ ਕਹਾਣੀ ਕਿਸ ਦੀ ਹੈ? ਕਰਨਲ ਜਸਬੀਰ ਭੁੱਲਰ ਦੀ। ਠੀਕ ਹੈ, ਅਗਲਾ ਦੇਖੋ, ਪੰਜਾਬੀ ਲੋਕ ਨਾਚ ਲੇਖ ਹੈ ਗਿੱਧਾ। ਲੇਖ ਹੈ ਸੁਖਦੇਵ ਮਾਦਪੁਰੀ। ਸੁਖਦੇਵ ਮਾਦਪੁਰੀ ਨੂੰ ਹਰ ਹਾਲਤ 'ਚ ਨਹੀਂ ਭੁੱਲਣਾ, ਕਿਉਂਕਿ 12ਵੀਂ ਦੀ ਸੱਭਿਆਚਾਰ ਦੀ ਕਿਤਾਬ ਦੇ ਵਿੱਚ ਇਹਨਾਂ ਦਾ ਲੇਖ ਵੀ ਹੈ। ਠੀਕ ਹੈ, ਸੁਖਦੇਵ ਮਾਦਪੁਰੀ ਲੋਕ ਖੇਡਾਂ ਵਾਲਾ। ਤਾਂ ਇਹ ਪੰਜਾਬੀ ਲੋਕ ਨਾਚ ਗਿੱਧਾ ਲੇਖ ਕਿਸ ਦਾ ਹੈ? ਸੁਖਦੇਵ ਮਾਦਪੁਰੀ। ਠੀਕ ਹੈ, ਨੋਟ ਕਰ ਲੈਣਾ। ਪੰਜਾਬ ਦਾ ਸੁਪਨ ਸਾਜ ਡਾਕਟਰ ਮਹਿੰਦਰ ਸਿੰਘ ਰੰਧਾਵਾ। ਜੀਵਨੀ ਇਹ ਹੈ ਜਨਕਰਾਜ ਸਿੰਘ। ਠੀਕ ਹੈ, ਇਹਨਾਂ ਤੇ ਜ਼ਿਆਦਾ ਜ਼ੋਰ ਜੀਵਨੀਆਂ ਤੇ ਦੇਣ ਦੀ ਲੋੜ ਨਹੀਂ ਹੈ। ਕਵਿਤਾ ਕਹਾਣੀਆਂ ਤੇ ਲੇਖ ਤੇ ਬਸ ਜੋ ਇਕਾਂਗੀਆਂ ਵਗੈਰਾ ਨੇ ਇਹ ਨੋਟ ਕਰਨੀਆਂ। ਧਰਤੀ ਕਵਿਤਾ ਹੈ ਕੁਲਦੀਪ ਸਿੰਘ ਦੀ। ਕਿਸ ਦੀ ਕਵਿਤਾ ਹੈ ਵੀ? ਕੁਲਦੀਪ ਸਿੰਘ ਦੀ। ਸਾਂਝੀ ਮਾਂ ਕਹਾਣੀ ਹੈ ਗੁਲਜ਼ਾਰ ਸਿੰਘ ਸੰਧੂ। ਇਹ ਆਪਾਂ ਕਰਦੇ ਹਾਂ 12ਵੀਂ ਕਲਾਸ ਵਿੱਚ, ਇਹਨਾਂ ਦੀ ਕਹਾਣੀ ਹੈ। ਠੀਕ ਹੈ, ਲੱਗੀ ਹੋਈ ਤਾਂ ਗੁਲਜ਼ਾਰ ਸਿੰਘ ਸੰਧੂ ਦੀ। ਠੀਕ ਹੈ, ਆਪਾਂ ਕਰਾਂਗੇ ਇੰਡੈਕਸ। ਹੁਣ ਆਪਾਂ ਇੰਡੈਕਸ ਹੀ ਕਰਨੇ ਆ ਸਾਰੇ। ਪਹਿਲਾਂ ਆਪਾਂ ਬਹੁਤ ਡਿਟੇਲ 'ਚ ਸਾਰਾ ਕੀਤਾ। ਠੀਕ ਹੈ, ਹੁਣ ਆਪਾਂ ਰਿਵੀਜ਼ਨ ਸ਼ੁਰੂ ਕਰ ਰਹੇ ਹਾਂ ਕਿ ਕਰ ਲਈਏ, ਸਮਝੋ। ਸਾਂਝੀ ਮਾਂ ਕਹਾਣੀ ਹੈ ਗੁਲਜ਼ਾਰ ਸਿੰਘ ਸੰਧੂ ਦੀ। ਅਗਲਾ ਹੈ ਰਵਿੰਦਰ ਨਾਥ ਟੈਗੋਰ। ਜੀਵਨੀ ਹੈ ਰਵਿੰਦਰ ਕੌਰ ਦੀ। ਕਿਸ ਦੀ ਹੈ? ਰਵਿੰਦਰ ਕੌਰ ਦੀ। ਗੁਲਾਬ ਦੀ ਫਸਲ, ਹਾਂ ਇਹ 4 ਸਾਹਿਬਜ਼ਾਦਿਆਂ ਬਾਰੇ ਹੈ। ਇਹ 2 ਸਾਹਿਬਜ਼ਾਦੇ ਜਿਹੜੇ ਆਪਣੇ, ਠੀਕ ਹੈ, ਛੋਟੇ 2 ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਇਹਦੇ ਵਿੱਚ ਦੱਸਿਆ ਗਿਆ ਹੈ ਨਾ। ਗੁਲਾਬ ਦੀ ਫਸਲ ਇਹ ਕਵਿਤਾ ਹੈ ਹਰਭਜਨ ਸਿੰਘ ਹੁੰਦਲ ਦੀ। ਠੀਕ ਹੈ, ਹਰਭਜਨ ਸਿੰਘ ਹੁੰਦਲ ਦੀ ਕਵਿਤਾ ਹੈ। ਧਿਆਨ ਨਾਲ ਨੋਟ ਕਰ ਲੈਣਾ। ਹਾਕੀ ਦਾ ਜਾਦੂਗਰ ਲੋਹੜੀ ਲੇਖ ਹੈ ਡਾਕਟਰ ਹਰਨੇਕ ਸਿੰਘ ਕਲੇਰ ਦਾ। ਹਾਕੀ ਦਾ ਜਾਦੂਗਰ ਧਿਆਨ ਚੰਦ। ਜੀਵਨੀ ਹੈ ਪ੍ਰੋਫੈਸਰ ਸੁਰਜੀਤ ਸਿੰਘ ਮਾਨ। ਅਗਲਾ ਦੇਖੋ ਵੀ 19ਵਾਂ ਨੰਬਰ। ਇਹ ਜਿਹੜਾ ਸਵਾਲ ਪੇਪਰ 'ਚ ਆਇਆ ਸੀ ETT ਸੈਕੰਡ ਪੇਪਰ ਵਿੱਚ, ਉਹਨਾਂ ਨੇ ਪੁੱਛਿਆ ਸੀ ਅਮੜੀ ਦਾ ਵਿਹੜਾ। ਠੀਕ ਹੈ, ਵਿਹੜਾ ਦੀ ਸਾਹਿਤਕ ਵਿਧਾ। ਅਮੜੀ ਦਾ ਵਿਹੜਾ ਦੀ ਸਾਹਿਤਕ ਵਿਧਾ ਕੀ ਹੈ ਬਈ? ਇਹ ਹੈ ਕਵਿਤਾ। ਕਿਸ ਦੀ ਕਵਿਤਾ ਹੈ ਵੀ? ਅਮਰਤਾ ਪ੍ਰੀਤਮ ਜੀ ਦੀ। ਤ੍ਰਿੰਜਣ ਕਵਿਤਾ ਵੀ ਇਹਨਾਂ ਦੀ ਹੈ। ਠੀਕ ਹੈ, ਛੱਲੀਆਂ ਦੇ ਰਾਖੇ ਕਵਿਤਾ ਹੈ ਡਾਕਟਰ ਗੁਰਮੀਤ ਸਿੰਘ ਬੇਦਵਾਨ ਦੀ। ਛੱਲੀਆਂ ਦੇ ਰਾਖੇ ਕਹਾਣੀ ਕਿਸ ਦੀ ਹੈ? ਡਾਕਟਰ ਗੁਰਮੀਤ ਸਿੰਘ ਬੇਦਵਾਨ ਦੀ। ਗਿਆਨ ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ ਸਿਟੀ। ਲੇਖ ਹੈ ਅਸ਼ਨੀ ਕੁਮਾਰ ਦਾ। ਸ਼ਿਵ ਸਿੰਘ ਬੁੱਤ ਘਾੜਾ ਜੀਵਨ।
ਜੀਵਨੀ ਹੈ ਮਲਕੀਤ ਸਿੰਘ ਆਰਟਿਸਟ ਦੀ। ਅਗਲਾ ਜਿਹੜਾ ਨਹੀਂ ਭੁੱਲਣਾ, ਪਿੰਡ ਦੀ ਕੁਲਾੜੀ ਕਵਿਤਾ ਹੈ ਕਵਿਤਾ, ਠੀਕ ਹੈ, ਮਨਮੋਹਨ ਸਿੰਘ ਦਾਓ ਦੀ। ਮਨਮੋਹਨ ਸਿੰਘ ਦਾਓ ਇੱਕ ਅਜਿਹੇ ਕਵੀ ਨੇ ਜਿਨ੍ਹਾਂ ਨੇ ਬੱਚਿਆਂ ਬਾਰੇ ਬਹੁਤ ਸਾਹਿਤ ਲਿਖਿਆ ਆ, ਠੀਕ ਹੈ। ਤਾਂ ਨੋਟ ਕਰ ਲੈਣਾ ਕਿ ਪਿੰਡ ਦੀ ਕੁਲਾੜੀ ਜਿਹੜੀ ਕਵਿਤਾ ਹੈ ਇਹ ਹੈ ਮਨਮੋਹਨ ਸਿੰਘ ਦਾਓ ਦੀ। ਕੱਲ੍ਹ ਅਸੀਂ ਇਹਨਾਂ ਦੀ ਇੱਕ ਹੋਰ ਕਵਿਤਾ ਕੀਤੀ ਸੀ 7ਵੀਂ ਜਮਾਤ ਵਿੱਚ, ਜੇ ਕਿਸੇ ਨੂੰ ਯਾਦ ਹੋਵੇ ਤਾਂ, ਲੋਕ ਖੇਡਾਂ ਆਪਾਂ ਇਹਨਾਂ ਦੀ ਕਵਿਤਾ ਕੀਤੀ ਸੀ, ਠੀਕ ਹੈ। ਇਹ ਸੁਖਦੇਵ ਮਾਦਪੁਰੀ ਦੇ ਨਾਲ ਉਲਝ ਨਾ ਜਾਣਾ, ਇੱਕ ਕਵਿਤਾ ਦੀ ਗੱਲ ਕਰ ਰਹੇ ਹਾਂ ਆਪਾਂ। ਭੂਆ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਭੂਆ ਕਹਾਣੀ ਹੈ ਤੇ ਕਿਸ ਦੀ ਹੈ, ਨਾਨਕ ਸਿੰਘ ਦੀ। ਨਾਨਕ ਸਿੰਘ ਦੀ ਕੱਲੋ ਕਹਾਣੀ ਕਰਦੇ ਹਾਂ, ਇਹਨਾਂ ਦੀ ਪਹਿਲੀ ਕਹਾਣੀ ਰੱਖੜੀ ਕਰਦੇ ਹਾਂ, 9ਵੀਂ ਵਿੱਚ ਆਪਾਂ ਕੀਤੀਆਂ ਹੋਈਆਂ ਨੇ ਸਾਰੀਆਂ ਚੀਜ਼ਾਂ, ਠੀਕ ਹੈ। ਸਫ਼ਰ ਰੱਬ ਦੀ ਪੌੜੀ ਸਫ਼ਰਨਾਮਾ ਬਲਵੰਤ ਗਰਗੀ। ਗੱਗੂ ਕਹਾਣੀ ਨੋਟ ਕਰੋ ਚੰਗੀ ਤਰ੍ਹਾਂ, ਕੋਮਲ ਸਿੰਘ ਦੀ। ਵੱਡੇ ਭੈਣ ਜੀ ਇਕਾਂਗੀ ਹੈ ਗੁਰਚਰਨ ਸਿੰਘ ਚੱਪੜਚਿੜੀ ਦੀ, ਠੀਕ ਹੈ। ਕੱਲ੍ਹ ਅਸੀਂ ਇਕਾਂਗੀ ਕੀਤੀ ਸੀ ਕਿਰਤ ਦਾ ਸਤਿਕਾਰ, ਕਿਸ ਦੀ, ਡਾਕਟਰ ਹਰਚਰਨ ਸਿੰਘ ਦੀ, ਠੀਕ ਹੈ ਜੀ। ਇਹਨਾਂ ਨੂੰ ਧਿਆਨ ਨਾਲ ਦੇਖ ਲੈਣਾ, ਇਹਨਾਂ ਦੇ ਪੌਲ ਬਣਾਇਆ ਕਰੋ, ਸਵਾਲ ਬਣਾਇਆ ਕਰੋ। ਪੌਲ ਦਾ ਮਤਲਬ ਕੀ ਹੁੰਦਾ? ਪੌਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਟਾਈਮ ਵੇਸਟ ਨਹੀਂ ਆ, ਉਹ ਤੁਹਾਡੇ ਹੱਥਾਂ ਵਿੱਚ ਦੀ ਸਵਾਲ ਨਿਕਲ ਜਾਂਦਾ। ਤੁਸੀਂ ਜਦੋਂ ਆਪ ਸਵਾਲ ਬਣਾਉਂਦੇ ਆ ਨਾ ਫਿਰ ਗੱਲਬਾਤ ਹੀ ਵੱਖਰੀ ਹੁੰਦੀ ਆ। ਤੇ ਇਹ ਬਸ ਤੁਸੀਂ ਇਹਨੂੰ ਸੁਣ ਲੈਣਾ ਇੱਕ ਵਾਰੀ, ਹੁਣ ਸੁਣ ਲਓ, ਇੱਕ ਵਾਰੀ ਜਦੋਂ ਪੇਪਰ ਆਏਗਾ ਫਿਰ ਸੁਣ ਲੈਣਾ। ਧੰਨਵਾਦ ਜੀ, ਰੱਬ ਰੱਖਾ। ਕੱਲ੍ਹ ਮਿਲਦੇ ਆ ਨਵੇਂ ਵੀਡੀਓ ਦੇ ਨਾਲ।